ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਇ। ਅੰਧ ਲਖੈ ਬਦਰੁ ਸੁਣੈ ਜਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ। ਵਾਹਿਗੁਰੂ ਸਾਹਿਬ ਜੀ। ਵੇਦ ਪੁਰਾਨ ਸਭੈ ਮਤ ਸੁਨ ਕੇ ਕਰੀ ਕਰਮ ਕੀ ਆਸਾ। ਕਾਲ ਗ੍ਰਸਤ ਸਭ ਲੋਕ ਸਿਆਣੇ ਉਠ ਪੰਡਿਤ ਪੈ ਚੱਲੇ ਨਿਰਾਸਾ। ਵੇਦ ਪੁਰਾਨ ਸਭੈ ਮਤ ਸੁਨ ਕੇ ਕਰੀ ਕਰਮ ਕੀ ਆਸਾ। ਕਾਲ ਗ੍ਰਸਤ ਸਭ ਲੋਕ ਸਿਆਣੇ ਉਠ ਪੰਡਿਤ ਪੈ ਚੱਲੇ ਨਿਰਾਸਾ। ਮਨ ਰੇ ਸਰਿਓ ਨਾ ਏਕੈ ਕਾਜਾ ਭਜਿਓ ਨਾ ਰਘੁਪਤ ਰਾਜਾ। ਰਹਾਉ ਬਨ ਖੰਡ ਜਾਏ ਜੋਗ ਤਪ ਕੀਨੋ ਕੰਦ ਮੂਲ ਚੁਨ ਖਾਇਆ। ਨਾਦੀ ਵੇਦੀ ਸਭ ਦੀ ਮੋਨੀ ਜਮ ਕੇ ਪਟੈ ਲਿਖਾਇਆ। ਭਗਤ ਨਾਰਦੀ ਹਿਰਦੈ ਨ ਆਈ ਕਾਛ ਕੂਛ ਤਨ ਦੀਨਾ। ਰਾਗ ਰਾਗਨੀ ਡਿੰਬ ਹੋਏ
ਹੋਏ ਬੈਠਾ ਉਨ ਹਰ ਪਹਿ ਕਿਆ ਲੀਨਾ। ਪਰਿਓ ਕਾਲ ਸਭੈ ਮਗ ਉਪਰ, ਮਾਹੇ ਲਿਖੇ ਭ੍ਰਮ ਗਿਆਨੀ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਪਰਿਓ ਕਾਲ ਸਭੈ ਜਗ ਉਪਰ, ਮਾਹੇ ਲਿਖੇ ਭ੍ਰਮ ਗਿਆਨੀ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਵੇਦ ਪੁਰਾਨ ਸਭੈ ਮਤ ਸੁਨ ਕੈ, ਕਰੀ ਕਰਮ ਕੀ ਆਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ, ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ, ਰਹਿਮਤ, ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਸੇਵਾ ਸਿਮਰਨ ਬਾਣੀ ਸਰਵਣ ਕਰਦਿਆਂ ਹੋਇਆਂ ਆਪਣੇ ਜੀਵਨ ਨੂੰ ਸਫਲ ਬਣਾਉਣ ਦੇ ਯਤਨ ਕਰ ਰਹੇ ਹਾਂ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਸੁੰਦਰ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ। ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ, ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਸੋਰਠ ਰਾਗ ਦੇ ਅੰਦਰ ਭਗਤਾਂ ਦੀ ਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਭਗਤ ਕਬੀਰ ਸਾਹਿਬ ਜੀ ਦੇ ਪਿੱਛੇ 2 ਸ਼ਬਦ ਸੋਰਠ ਰਾਗ ਦੇ ਅੰਦਰ ਸੰਪੂਰਨ ਹੋਏ ਹਨ। ਅੱਗੇ ਤੀਸਰੇ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਦੇ ਅੰਦਰ ਭਗਤ ਜੀ ਮਨ ਨੂੰ ਸੰਬੋਧਨ ਕਰਕੇ ਉੱਤਮ ਵਕਤੇ ਦੁਆਰਾ ਇਹ ਬਚਨ ਉਚਾਰਨ ਕਰਦੇ ਹਨ। ਕਿਉਂਕਿ ਜਿਹੜੇ ਉਪਦੇਸ਼ ਕਰਨ ਵਾਲੇ ਹਨ, ਜਿਸ ਨੂੰ ਵਕਤਾ ਆਖਿਆ ਜਾਂਦਾ ਹੈ, ਉਹ ਇੱਕ ਉੱਤਮ ਵਕਤਾ ਹੈ, ਇੱਕ ਮੱਧਮ ਵਕਤਾ ਹੈ, ਇੱਕ ਕਨਿਸ਼ਟ ਵਕਤਾ ਹੈ। ਜਿਹੜਾ ਤਾਂ ਕਿਸੇ ਨੂੰ ਉਪਦੇਸ਼ ਦੇਣ ਵੇਲੇ ਸਖਤੀ ਦੇ ਨਾਲ, ਤਾੜਨਾ ਦੇ ਨਾਲ, ਜ਼ੋਰ ਦੇ ਨਾਲ ਕੋਈ ਉਪਦੇਸ਼ ਦ੍ਰਿੜ ਕਰਾਇਆ ਜਾਂਦਾ ਹੈ, ਉਸ ਨੂੰ ਕਨਿਸ਼ਟ ਵਕਤਾ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਹੀ ਜਿਹੜਾ ਆਪਣੇ ਆਪ ਨੂੰ ਛੱਡ ਕੇ ਕੇਵਲ ਦੂਸਰਿਆਂ ਦੇ ਤਾਈਂ ਉਪਦੇਸ਼ ਕਰੇ, ਦੂਸਰਿਆਂ ਦੇ ਤਾਈਂ ਸਿੱਖਿਆ ਬਖਸ਼ਿਸ਼ ਕਰੇ,
ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਉਪਦੇਸ਼ ਕੀਤਾ, ਜਿਸ ਨੂੰ ਗੀਤਾ ਆਖਿਆ ਜਾਂਦਾ, ਉਸ ਨੂੰ ਮੱਧਮ ਵਕਤਾ ਆਖਿਆ ਜਾਂਦਾ ਹੈ। ਇਸੇ ਪ੍ਰਕਾਰ ਹੀ ਉੱਤਮ ਵਕਤੇ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਵੀ ਉਸ ਨੇ ਉਪਦੇਸ਼ ਕਰਨਾ ਹੈ, ਉਹਨੇ ਆਪਣੇ ਰਾਹੀਂ ਉਹ ਗੱਲ ਨੂੰ ਕਹਿਣਾ ਹੈ। ਉਹਨੇ ਆਪਣੇ ਦੁਆਰਾ ਆਪਣੇ ਆਪ ਨੂੰ ਵਿੱਚ ਸ਼ਾਮਲ ਕਰਕੇ ਫਿਰ ਉਹਨੇ ਉਪਦੇਸ਼ ਜਿਹੜਾ ਸਾਂਝਾ ਸਭ ਦੇ ਤਾਈਂ ਬਖਸ਼ਿਸ਼ ਕਰਨਾ। ਗੁਰੂ ਕੀ ਪਾਵਨ ਗੁਰਬਾਣੀ ਉੱਤਮ ਵਕਤੇ ਦੇ ਅੰਦਰ ਵਧੇਰੇ ਉਚਾਰਨ ਹੋਈ ਹੈ। ਸਤਿਗੁਰਾਂ ਨੇ ਪਹਿਲਾਂ ਉਹ ਕਰਮ ਆਪ ਕੀਤਾ, ਫਿਰ ਉਸ ਨੂੰ ਉਪਦੇਸ਼ ਰੂਪ ਦੇ ਅੰਦਰ ਸਿੱਖਾਂ ਦੇ ਤਾਈਂ ਦ੍ਰਿੜ ਕਰਵਾਇਆ। ਭਗਤ ਕਬੀਰ ਸਾਹਿਬ ਜੀ ਮਨ ਨੂੰ ਸੰਬੋਧਨ ਕਰਕੇ ਆਪਣੇ ਮਨ ਨੂੰ ਇਹ ਬਚਨ ਉਚਾਰਨ ਕਰਦੇ ਹਨ। ਮਨ ਰੇ ਸਰਿਓ ਨਾ ਏਕੈ ਕਾਜਾ, ਭਜਿਓ ਨਾ ਰਘਪਤ ਰਾਜਾ। ਭਗਤ ਕਬੀਰ ਸਾਹਿਬ ਜੀ ਮਨ ਨੂੰ ਸੰਬੋਧਨ ਕਰਦੇ ਹੈ ਕਿ ਹੇ ਮਨਾ, ਸਰਿਓ ਨਾ ਏਕੈ ਕਾਜਾ, ਤੇਰਾ ਕੋਈ ਵੀ ਕੰਮ ਸੀ ਨਾ ਜਿਹੜਾ ਉਹ ਸਰਿਆ ਨਹੀਂ, ਸਫਲਾ ਨਹੀਂ ਹੋਇਆ। ਜਿੰਨੇ ਵੀ ਕੰਮ ਤੂੰ ਕੀਤੇ ਮਨਾ ਇਸ ਸੰਸਾਰ ਦੇ ਅੰਦਰ, ਤੇਰੇ ਉਹ ਸਾਰੇ ਕੰਮ ਹੀ ਜਿਹੜੇ ਆ ਨਾ ਉਹ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਸਫਲੇ ਨਹੀਂ ਹੋਏ, ਕਿਉਂਕਿ ਭਜਿਓ ਨਾ ਰਘਪਤ ਰਾਜਾ। ਜਿਹੜਾ ਰਘਪਤ, ਰਗ ਦਾ ਅਰਥ ਸ਼ਾਹ ਰਗ ਵੀ ਕੀਤਾ ਜਾਂਦਾ ਹੈ, ਜਾਂ ਰਗ ਦਾ ਅਰਥ ਪ੍ਰਕਾਸ਼ ਵੀ ਹੈ, ਕਿ ਜਿਹੜਾ ਪ੍ਰਕਾਸ਼ ਦਾ ਪਤੀ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ, ਜਾਂ ਜਿਹੜਾ ਸਾਡੀ ਸਾਹ ਰਗ ਦਾ ਮਾਲਕ ਪ੍ਰਾਣਾਂ ਦਾ ਪਤੀ ਪਰਮੇਸ਼ਰ ਵਾਹਿਗੁਰੂ ਹੈ, ਉਸ ਦਾ ਭਜਨ ਨਹੀਂ ਕੀਤਾ। ਜਿਹੜਾ ਰਾਜਾ ਹੈ ਸਾਰੀ ਸ੍ਰਿਸ਼ਟੀ ਦਾ, ਖੰਡਾਂ ਬ੍ਰਹਿਮੰਡਾਂ ਦਾ, ਕੋਊ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ। ਦੁਨਿਆਵੀ ਰਾਜੇ ਜਿਹੜੇ ਹੈ ਉਹ ਝੂਠੇ ਮੰਨੇ ਹੈ, ਕਰਮ ਵੀ ਉਹਨਾਂ ਦੇ ਝੂਠੇ ਹੈ, ਅਤੇ ਉਹਨਾਂ ਦਾ ਰਾਜ ਭਾਗ ਜਿਹੜਾ ਉਹ ਵੀ ਛਿਣ ਭੰਗਰ ਹੈ, ਉਹ ਵੀ ਝੂਠਾ ਹੀ ਹੁੰਦਾ। ਅਸਲ ਰੂਪ ਦੇ ਵਿੱਚ ਰਾਜਾ ਜਿਹੜਾ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਮਨਾ ਤੂੰ ਉਹਦਾ ਭਜਨ ਨਹੀਂ ਕੀਤਾ। ਜੇ ਤੂੰ ਉਹਦਾ ਭਜਨ ਕਰ ਲੈਨੋ ਫਿਰ ਸਾਰੇ ਕਾਰਜ ਸੀ ਤੇਰੇ ਜਿਹੜੇ ਲੋਕ ਅਤੇ ਪ੍ਰਲੋਕ ਦੇ ਉਹ ਸਫਲੇ ਹੋ ਜਾਂਦੇ। ਉਹਦਾ ਭਜਨ ਨਾ ਕਰਨੇ ਕਰਕੇ ਤੇਰਾ ਕੋਈ ਵੀ ਕਾਰਜ, ਕੋਈ ਵੀ ਕੰਮ ਸੀ ਜਿਹੜਾ ਉਹ ਸਫਲਾ ਨਹੀਂ ਹੋਇਆ। ਭਾਵ ਕਿ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਛੱਡ ਕੇ ਹੋਰ ਜਿੰਨੇ ਮਤ ਮਤਾਂਤ ਤੈਨੂੰ ਦੱਸੇ ਗਏ, ਵੇਦਾਂ ਦੇ, ਸ਼ਾਸਤਰਾਂ ਦੇ, ਕਰਮ ਕਾਂਡਾਂ ਦੇ, ਉਹ ਸਾਰੇ ਤੂੰ ਕਰ ਕਰਕੇ ਦੇਖੇ, ਪਰ ਕਿਤੋਂ ਵੀ ਤੈਨੂੰ ਕੁਝ ਪ੍ਰਾਪਤ ਨਹੀਂ ਹੋਇਆ। ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨ ਦੇ ਯਤਨ ਕਰੀਏ। ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਵੇਦ ਪੁਰਾਨ ਸਭੈ ਮਤ ਸੁਨ ਕੈ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਵੇਦ ਪੁਰਾਣ ਸਭੈ ਮਤ ਸੁਨ ਕੈ, ਕਿ ਚਾਰ ਵੇਦ ਕੀ ਕਹਿੰਦੇ ਹੈ? ਸ਼ਾਮ ਵੇਦ, ਰਿਗ ਵੇਦ, ਜੁਜਰ ਵੇਦ, ਅਥਰਵਣ ਵੇਦ। ਇਹ ਚਾਰ ਵੇਦ ਹਨ। ਚਾਰ ਵੇਦਾਂ ਦੇ ਮਹਾਂਵਾਕ ਹਨ। ਉਹਨਾਂ ਮਹਾਂਵਾਕਾਂ ਨੂੰ ਸੁਣ ਕੇ ਫਿਰ ਜਿਹੜੇ 18 ਪ੍ਰਾਣ ਹਨ, ਪ੍ਰਾਣਾਂ ਦੀ ਗਿਣਤੀ ਹੈ ਗਰੜ ਪ੍ਰਾਣ, ਸ਼ਿਵ ਪ੍ਰਾਣ, ਭਾਗਵਤ ਪ੍ਰਾਣ। ਹਿੰਦੂ ਮਤ ਦੇ 18 ਪ੍ਰਾਣ ਮੰਨੇ।
ਵੀ ਉਹਨਾਂ ਵੇਦਾਂ ਨੂੰ ਸੁਣ ਕੇ 18 ਪੁਰਾਣਾਂ ਨੂੰ ਸੁਣ ਕੇ ਕਰੀ ਕਰਮ ਕੀ ਆਸਾ। ਤੇ ਅੰਦਰ ਇੱਛਾ ਪੈਦਾ ਹੋ ਗਈ ਵੀ ਕਰਮ ਕੀਤਾ ਜਾਏ ਕੋਈ। ਵੇਦ ਕਹਿੰਦੇ ਆ ਵੀ ਆਹ ਕਰਮ ਕਰਨ ਦੇ ਨਾਲ ਆਹ ਸੁੱਖ ਮਿਲ ਜਾਂਦਾ। ਪੁਰਾਣਾਂ ਦੇ ਵਿੱਚ ਉਹਨਾਂ ਦੇ ਹਵਾਲੇ ਦਿੱਤੇ ਆ ਵੀ ਫਲਾਣੇ ਨੇ ਆਹ ਕਰਮ ਕੀਤਾ ਆਹ ਮਿਲ ਗਿਆ, ਫਲਾਣੇ ਨੇ ਕੀਤਾ ਆਹ ਮਿਲ ਗਿਆ। ਫਿਰ ਜੀਵ ਦੇ ਅੰਦਰ ਵੀ ਇੱਛਾ ਪੈਦਾ ਹੋ ਜਾਂਦੀ ਹੈ ਵੀ ਚਲੋ ਇਹ ਕਰਕੇ ਦੇਖ ਲਓ। ਵੇਦਾਂ ਦੇ ਅੰਦਰ ਜ਼ਿਆਦਾਤਰ ਜਿਹੜਾ ਸ਼ਲੋਕ ਉਹ ਕਰਮ ਕਾਂਡ ਦਾ, ਫਿਰ ਗਿਆਨ ਕਾਂਡ ਦਾ, ਇਸੇ ਪ੍ਰਕਾਰ ਉਪਾਸਨਾ ਕਾਂਡ ਦਾ। ਜਿਹੜੇ ਵੇਦਾਂ ਨੂੰ ਪੜ੍ਹਨ ਵਾਲੇ ਹਨ ਉਹਨਾਂ ਨੇ ਇਹ ਵਿਚਾਰ ਦੱਸੀ ਹੈ ਕਿ ਲੱਖ ਸੁਰਤੀ ਵੇਦਾਂ ਦੀ ਮੰਨੀ ਜਾਂਦੀ ਹੈ। ਆਪਾਂ ਜਿਵੇਂ ਪੰਕਤੀਆਂ ਕਹਿ ਦਿੰਦੇ ਹਾਂ ਉਹ ਸੁਰਤੀਆਂ ਕਹਿੰਦੇ ਆ ਕਿ ਵੇਦ ਦੀ ਲੱਖ ਸੁਰਤੀ ਦੇ ਵਿੱਚੋਂ 80,000 ਸੁਰਤੀ ਕਰਮ ਕਾਂਡ ਦੀ ਹੈ ਕਿ ਫਲਾਣਾ ਕਰਮ ਕਰਨ ਦੇ ਨਾਲ ਆਹ ਕੁਝ ਮਿਲ ਜਾਂਦਾ। ਅਤੇ ਇੱਦਾਂ ਕਰਮ ਕਾਂਡ ਜਿਹੜਾ ਉਹਦਾ ਬਹੁਤ ਜ਼ਿਆਦਾ ਵਿਸਥਾਰ ਕੀਤਾ ਗਿਆ ਵੇਦਾਂ ਦੇ ਅੰਦਰ, ਤਰ੍ਹਾਂ ਤਰ੍ਹਾਂ ਦੇ ਕਰਮ ਕਰਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਵੇਦਾਂ ਨੂੰ ਅਤੇ ਪੁਰਾਣਾਂ ਨੂੰ ਸੁਣ ਕੇ ਕਰੀ ਕਰਮ ਕੀ ਆਸਾ। ਜੀਵ ਨੇ ਇੱਛਾ ਬਣਾ ਲਈ, ਅੰਦਰ ਫੁਰਨਾ ਬਣ ਗਿਆ ਕਿ ਮੈਂ ਵੀ ਕੋਈ ਕਰਮ ਕਰਾਂ ਅਤੇ ਕੁਝ ਪ੍ਰਾਪਤ ਹੋ ਜਾਏ। ਕਾਲ ਗ੍ਰਸਤ ਸਭ ਲੋਕ ਸਿਆਣੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਲ ਗ੍ਰਸਤ, ਪਰ ਅਖੀਰ 'ਤੇ ਸਭ ਜਿਹੜੇ ਹਨ ਉਹ ਮੌਤ ਦੇ ਗ੍ਰਸਤ ਕਹੀਏ, ਗ੍ਰਸੇ ਹੋਏ, ਫੜੇ ਹੋਏ ਸਭ ਲੋਕ ਸਿਆਣੇ। ਜਿਹੜੇ ਕਹਿੰਦੇ ਸੀ ਵੀ ਅਸੀਂ ਸਿਆਣੇ ਹਾਂ, ਅਸੀਂ ਵੇਦਾਂ ਦੇ ਅਨੁਸਾਰ ਕਰਮ ਕਾਂਡ ਕਰਕੇ ਲੋਕ ਅਤੇ ਪ੍ਰਲੋਕ ਦੇ ਅੰਦਰ ਸੁਖੀ ਕਰ ਦਿੰਦੇ ਹਾਂ ਜੀਵ ਨੂੰ, ਅਤੇ ਕੇਵਲ ਕਰਮਾਂ ਤੱਕ ਸੀਮਤ ਰੱਖ ਕੇ ਪਰਮੇਸ਼ਰ ਦੀ ਭਗਤੀ ਨਹੀਂ ਕਰਾਈ। ਅਤੇ ਭਗਤੀ ਤੋਂ ਬਿਨਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਲ ਗ੍ਰਸਤ ਸਭ ਲੋਕ ਸਿਆਣੇ। ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ ਸੀ ਉਹ ਸਾਰੇ ਹੀ ਲੋਕ ਕਾਲ ਦੇ ਮੌਤ ਦੇ ਗ੍ਰਸੇ ਫੜੇ ਹੋਏ। ਉਠ ਪੰਡਿਤ ਪੈ ਚੱਲੇ ਨਿਰਾਸਾ। ਭਗਤ ਜੀ ਕਹਿੰਦੇ ਕਿ ਜਿਨ੍ਹਾਂ ਨੂੰ ਪੰਡਤ ਆਖਿਆ ਜਾਂਦਾ, ਉੱਠ ਉਹ ਵੀ ਇਸ ਸੰਸਾਰ ਤੋਂ ਉੱਠ ਕੇ ਪੈ ਚੱਲੇ ਨਿਰਾਸਾ। ਅਤੇ ਇਹ ਸੰਸਾਰ ਤੋਂ ਨਿਰਾਸ਼ ਹੋ ਕੇ, ਉਦਾਸ ਹੋ ਕੇ ਆਪਣੇ ਜੀਵਨ ਦੀ ਯਾਤਰਾ ਨੂੰ ਕਰਕੇ ਗਏ ਵੀ ਕੁਝ ਪ੍ਰਾਪਤ ਨਹੀਂ ਹੋਇਆ। ਕੇਵਲ ਕਰਮ ਕਾਂਡ ਕਰਦੇ ਰਹਿ ਗਏ, ਜੋ ਜੋ ਦੱਸਿਆ ਗਿਆ ਉਹ ਕਰਦੇ ਰਹੇ। ਕਰਮ ਕਾਂਡ ਦੇ ਅੰਦਰ ਕਿ ਜਿਹਦਾ ਕੋਈ ਸਿਧਾਂਤ ਹੀ ਨਹੀਂ ਪਤਾ ਉਹ ਕਰਮ ਕਰੀ ਜਾਣੇ, ਦੇਖਾ ਦੇਖੀ ਕਰੀ ਜਾਣੇ, ਨਾ ਉਹਨਾਂ ਦੇ ਸਿਧਾਂਤ ਦਾ ਪਤਾ, ਨਾ ਉਹਨਾਂ ਦੇ ਫਲ ਦਾ ਪਤਾ, ਕਿ ਨਾ ਉਹਦੇ ਵਿੱਚ ਕੋਈ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਦੀ ਗੱਲ, ਨਾ ਕੋਈ ਆਤਮਾ ਅਤੇ ਪ੍ਰਮਾਤਮਾ ਦਾ ਜ਼ਿਕਰ, ਬਸ ਕੇਵਲ ਅਤੇ ਕੇਵਲ ਦਿਖਾਵੇ ਦੇ ਕਰਮ। ਉਹਨਾਂ ਨੂੰ ਕਰਦਿਆਂ ਹੋਇਆਂ ਕਹਿੰਦੇ ਭਗਤ ਜੀ ਕਹਿੰਦੇ ਜਿਹੜੇ ਪੰਡਤ ਲੋਕ ਸਨ, ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਸ਼ਲੋਕਾਂ ਦੇ ਅੰਦਰ ਉਚਾਰਨ ਕੀਤਾ, ਜਿਹੇ ਮਾਰਗ ਪੰਡਤ ਗਏ ਪਾਛੈ ਪਰੀ ਬਹੀਰ, ਇੱਕ ਅਵ ਘਟ ਘਾਟੀ ਰਾਮ ਕੀ ਤਿਹ ਚੜ੍ਹ ਰਹਿਓ ਕਬੀਰ। ਭਗਤ ਜੀ ਕਹਿੰਦੇ ਜਿਸ ਰਸਤੇ 'ਤੇ ਪੰਡਤ ਲੋਕ ਗਏ ਉੱਧਰਲੇ ਪਾਸੇ ਲੋਕਾਂ ਦੀਆਂ ਵਹੀਰਾਂ ਪੈ ਗਈਆਂ। ਬੜੀ ਦੁਨੀਆ ਉੱਧਰ ਨੂੰ ਜਾਣ ਲੱਗ ਪਈ ਕਿ ਇੱਧਰ ਬੜਾ ਸੁੱਖ ਹੈ। ਉੱਧਰਲੇ ਪਾਸੇ ਸਾਰੀ ਦੁਨੀਆ ਤੁਰਦੀ ਰਹੀ, ਜਾਂਦੀ ਰਹੀ, ਪਰ ਜਿਸ ਰਸਤੇ ਉਹ ਗਏ ਉੱਧਰ ਹੀ ਉਹ ਚਲੇ ਗਏ। ਅਤੇ ਭਗਤ ਜੀ ਕਹਿੰਦੇ ਅਸੀਂ ਉਸ ਰਸਤੇ 'ਤੇ ਨਹੀਂ ਤੁਰੇ। ਇੱਕ ਅਵ ਘਟ ਘਾਟੀ ਰਾਮ ਕੀ, ਇੱਕ ਔਖੀ ਘਾਟੀ ਜਿਹੜੀ ਹੈ ਰਾਮ ਦੀ ਭਗਤੀ ਕਰਨ ਵਾਲੀ, ਤਿਹ ਚੜ੍ਹ ਰਹਿਓ ਕਬੀਰ। ਅਸੀਂ ਤਾਂ ਉਸ ਘਾਟੀ 'ਤੇ ਚੜ੍ਹੇ ਹਾਂ ਕਿ ਪਰਮੇਸ਼ਰ ਦੀ ਭਗਤੀ ਕਰਕੇ ਸਭ ਕੁਝ ਪ੍ਰਾਪਤ ਹੁੰਦਾ। ਪਰਮੇਸ਼ਰ ਦੀ ਭਗਤੀ ਦੇ ਵਿੱਚ ਹੀ ਸਾਰੇ ਕਰਮ ਧਰਮ ਆ ਜਾਂਦੇ। ਜੇ ਪ੍ਰਮਾਤਮਾ ਦੀ ਭਗਤੀ ਨਹੀਂ, ਨਾਮ ਸਿਮਰਨ ਬੰਦਗੀ ਨਹੀਂ, ਚਾਹੇ ਜੀਵ ਜਿਤਨੇ ਕਰਮ ਕਰੀ ਜਾਏ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਨਾਮ ਦੇ ਤੁੱਲ ਕੋਈ ਵੀ ਕਰਮ ਜਿਹੜਾ ਉਹ ਪੂਰਾ ਨਹੀਂ ਪੁੱਗਦਾ। ਨਾਮ ਸਭ ਤੋਂ ਉੱਤਮ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਉੱਠ ਪੰਡਤ ਪੈ ਚੱਲੇ ਨਿਰਾਸਾ।
ਕਹਿੰਦੇ ਪੰਡਤ ਲੋਕ ਜਿਹੜੇ ਸਨ ਉਹ ਵੀ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਨਿਰਾਸ਼ ਹੋ ਕੇ ਸੰਸਾਰ ਤੋਂ ਚਲੇ ਗਏ। ਮਨ ਰੇ ਸਰਿਓ ਨਾ ਏਕੈ ਕਾਜਾ। ਭਗਤ ਜੀ ਮਨ ਨੂੰ ਸੰਬੋਧਨ ਕਰਕੇ ਕਹਿੰਦੇ, ਹੇ ਮਨਾ, ਇਸ ਕਰਮਾਂ ਦੇ ਪਿੱਛੇ ਲੱਗ ਕੇ ਸਰਿਓ ਨਾ ਏਕੈ ਕਾਜਾ, ਇੱਕ ਵੀ ਕੰਮ ਜਿਹੜਾ ਤੇਰਾ ਨਾ ਉਹ ਸਫਲਾ ਨਹੀਂ ਹੋਇਆ, ਕਾਰਜ ਕੋਈ ਸਿੱਧ ਨਹੀਂ ਹੋਇਆ। ਭਜਿਓ ਨਾ ਰਘੁਪਤ ਰਾਜਾ। ਕਿਉਂਕਿ ਤੂੰ ਜੋ ਪ੍ਰਾਣਾਂ ਦਾ ਪਤੀ ਪਰਮੇਸ਼ਰ ਵਾਹਿਗੁਰੂ ਪ੍ਰਕਾਸ਼ ਸਰੂਪ ਸਭ ਦਾ ਰਾਜਾ ਰੂਪ ਜੋ ਅਕਾਲ ਪੁਰਖ ਹੈ, ਉਸ ਦਾ ਭਜਨ ਨਹੀਂ ਕੀਤਾ। ਰਹਾਉ ਬਨ ਖੰਡ ਜਾਏ ਜੋਗ ਤਪ ਕੀਨੋ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੋਗ ਮਤ ਦੇ ਅਨੁਸਾਰ ਬਨ ਖੰਡ ਜਾਏ, ਜਿਹੜੇ ਕੋਈ ਬਨ ਜੰਗਲ ਹਨ ਉਹਨਾਂ ਵਿੱਚ ਜਾ ਕੇ ਜੋਗ ਨੂੰ ਕੀਤਾ ਤੇ ਤਪ ਨੂੰ ਸਾਧਿਆ ਕਿ ਭੁੱਖੇ ਰਹਿ ਕੇ ਦਰਖਤਾਂ ਦੇ ਪੱਤੇ ਖਾ ਕੇ ਇਸੇ ਤਰ੍ਹਾਂ ਪੁੱਠੇ ਲਟਕ ਕੇ ਜੋਗ ਦੇ ਜਿੰਨੇ ਸਾਧਨ ਹਨ ਉਹਨਾਂ ਨੂੰ ਕਰਨਾ, ਉਹਨੂੰ ਤਪ ਆਖਿਆ ਜਾਂਦਾ। ਕਿ ਜਿੰਨੇ ਜੋਗ ਦੇ ਕਰਮ ਹਨ, ਯਮ ਨੇਮ, ਇਸੇ ਪ੍ਰਕਾਰ ਆਸਣ ਧਾਰਨਾ ਸਮਾਧੀ, ਜੋਗ ਦੇ 8 ਅੰਗ ਮੰਨੇ। ਇਹ ਸਾਰੇ ਜੋਗ ਦੇ ਜਿੰਨੇ 8 ਅੰਗ ਹਨ ਇਹਨਾਂ ਨੂੰ ਸਿੱਖ ਕੇ ਜੰਗਲਾਂ ਦੇ ਵਿੱਚ ਰਹਿ ਕੇ ਭੁੱਖੇ ਧਿਆਏ ਰਹਿ ਕੇ ਜਿਹੜਾ ਤਪ ਸੀ ਇਸ ਨੂੰ ਕੀਤਾ। ਕੰਦ ਮੂਲ ਚੁਨ ਖਾਇਆ। ਤੇ ਜੰਗਲਾਂ ਦੇ ਵਿੱਚ ਕੰਦ ਮੂਲ, ਜਿਹੜੇ ਕੋਈ ਜੰਗਲੀ ਫਲ ਹਨ, ਜੰਗਲਾਂ ਦੇ ਵਿੱਚ ਪੈਦਾ ਹੋਣ ਵਾਲੇ ਕੰਦ ਮੂਲ, ਜਿਵੇਂ ਜਿਮੀ ਕੰਦ ਜਿਹੜਾ ਉਸ ਨੂੰ ਬਣਾ ਕੇ ਖਾਣਾ, ਜਾਂ ਕੰਦ ਮੂਲ ਇੱਕ ਤਰ੍ਹਾਂ ਦਾ ਫਲ ਹੁੰਦਾ, ਉਸ ਨੂੰ ਖਾ ਕੇ ਤੇ ਭੁੱਖ ਜਿਹੜੀ ਹੈ ਘੱਟ ਲੱਗਦੀ ਹੈ। ਵੀ ਉਹਨੂੰ ਖਾ ਕੇ ਜੰਗਲਾਂ ਦੇ ਵਿੱਚ ਜੋ ਕੁਝ ਮਿਲਦਾ ਉਹਨੂੰ ਖਾ ਕੇ ਜੀਵਨ ਬਸਰ ਕੀਤਾ। ਨਾਦੀ ਬੇਦੀ ਸਬਦੀ ਮੋਨੀ। ਭਗਤ ਜੀ ਕਹਿੰਦੇ ਇਸੇ ਪ੍ਰਕਾਰ ਫਿਰ ਨਾਦੀ, ਜਿਹੜੇ ਕੋਈ ਨਾਦ ਸ਼ਬਦਾਂ ਨੂੰ ਵਜਾਉਣ ਵਾਲੇ ਜਾਂ ਗਾਉਣ ਵਾਲੇ ਹਨ, ਜਾਂ ਇਸੇ ਪ੍ਰਕਾਰ ਜਿਹੜੇ 5 ਨਾਦ ਜੋਗੀਆਂ ਨੇ ਮੰਨੇ ਹੈ, ਜੋ ਸਰੀਰ ਦੇ ਅੰਦਰ ਸੁਣਦੇ ਹੈ, 5 ਨਾਦਾਂ ਨੂੰ 5 ਆਵਾਜ਼ਾਂ ਨੂੰ, ਉਹ ਵੀ ਕੀਤੇ। ਇਸੇ ਪ੍ਰਕਾਰ ਵੇਦਾਂ ਨੂੰ ਪੜ੍ਹ ਕੇ ਵੇਦੀ ਵੀ ਬਣ ਗਏ ਅਤੇ ਸ਼ਬਦੀ, ਸ਼ਬਦ ਦਾ ਗਿਆਨ ਰੱਖਣ ਵਾਲੇ, ਭਾਵ ਕਿ ਵਿਆਕਰਨਾਂ ਜਿਹੜੀਆਂ ਕਿ ਇਹ ਸ਼ਬਦ ਦੀ ਉਤਪੱਤੀ ਕਿੱਥੋਂ ਹੈ, ਇਹ ਸ਼ਬਦ ਕਿਸ ਭਾਸ਼ਾ ਦਾ ਹੈ, ਉਹ ਸਾਰੀ ਵਿਆਕਰਨ ਨੂੰ ਪੜ੍ਹਨ ਵਾਲੇ ਅਤੇ ਮੋਨੀ, ਮੌਨ ਨੂੰ ਧਾਰਨ ਕਰਕੇ ਰੱਖਣ ਵਾਲੇ, ਕਿ ਆਪਣੀ ਜ਼ੁਬਾਨ ਤੋਂ ਕੁਝ ਨਹੀਂ ਬੋਲਣਾ, ਮੌਨ ਧਾਰਨ ਕਰਕੇ ਰੱਖਣਾ। ਇਸ ਪ੍ਰਕਾਰ ਮੌਨ ਜਿਹੜਾ ਉਹ ਵੀ ਵਿਦਵਾਨਾਂ ਨੇ 4 ਤਰ੍ਹਾਂ ਦਾ ਦੱਸਿਆ। ਇੱਕ ਗੁੰਗ ਮੌਨ ਹੈ, ਜੜ ਮੌਨ ਹੈ, ਕਾਸ਼ਟ ਮੌਨ ਹੈ, ਗਿਆਨ ਮੌਨ ਹੈ। ਵੀ ਇੱਕ ਤਾਂ ਗੁੰਗ ਮੌਨ ਹੈ, ਜਿਹੜਾ ਕੋਈ ਜਨਮ ਤੋਂ ਹੀ ਬੱਚਾ ਬੋਲ ਨਹੀਂ ਸਕਦਾ, ਕੋਈ ਕਰਮ ਕਰਕੇ ਉਹਨੂੰ ਇਹ ਸਮੱਸਿਆ ਹੈ, ਉਹਨੂੰ ਗੁੰਗ ਮੌਨ ਆਖਿਆ ਜਾਂਦਾ ਵਾ ਕਿ ਪਰਮੇਸ਼ਰ ਵੱਲੋਂ ਕਰਮਾਂ ਕਰਕੇ ਕੋਈ ਉਹਦੇ ਨਾਲ ਇੱਦਾਂ ਦੀ ਖੇਡ ਵਰਤੀ। ਇਸੇ ਤਰ੍ਹਾਂ ਫਿਰ ਜੜ ਮੌਨ ਹੈ। ਜੜ ਮੌਨ ਕੀ ਹੈ ਕਿ ਮਨ ਜਿਹੜਾ ਉਹ ਤਾਂ ਅੰਦਰੋਂ ਫੁਰਨੇ ਕਰੀ ਜਾਣੇ, ਜ਼ਬਾਨ ਜਿਹੜੀ ਆ ਉਹ ਰੋਕ ਲੈਣੀ, ਇਸ਼ਾਰਿਆਂ ਦੇ ਨਾਲ ਸਭ ਕੁਝ ਕਰਾਈ ਜਾਣਾ, ਅਤੇ ਜ਼ਬਾਨ ਰੁਕ ਲਈ, ਆਵਾਜ਼ ਨਹੀਂ ਕੱਢਣੀ, ਪਰ ਮਨ ਜਿਹੜਾ ਉਹ ਤਾਂ ਅੰਦਰੋਂ ਬੋਲੀ ਜਾਂਦਾ। ਇਸੇ ਪ੍ਰਕਾਰ ਫਿਰ ਜੜ ਮੌਨ, ਕਾਸ਼ਟ ਮੌਨ, ਗਿਆਨ ਮੌਨ। ਸਭ ਤੋਂ ਉੱਤਮ ਮੌਨ ਜਿਹੜਾ ਉਹ ਗਿਆਨ ਮੌਨ ਹੈ, ਕਿ ਜਿਹਦੇ ਦੁਆਰਾ ਸਾਡੇ ਮਨ ਦੇ ਵਿੱਚ ਜੋ ਚੱਲਣ ਵਾਲੇ ਵਿਕਾਰ ਹਨ ਉਹ ਰੁਕ ਜਾਣੇ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਪਰਾਏ ਦਾ ਬੁਰਾ ਜਿਹੜਾ ਉਹ ਚਿੱਤ ਦੇ ਵਿੱਚ ਵੀ ਨਹੀਂ ਰੱਖਣਾ, ਅਤੇ ਜਿਹਦੇ ਚਿੱਤ ਦੇ ਵਿੱਚ ਵੀ ਇਹ ਚੀਜ਼ ਨਾ ਰਵੇ, ਚਿੱਤ ਦੇ ਵਿੱਚੋਂ ਵੀ ਇਹ ਫੁਰਨੇ ਖਤਮ ਹੋ ਜਾਣ, ਉਹ ਅਸਲੀ ਮੌਨੀ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਸ ਗਿਆਨ ਮੌਨ ਤੋਂ ਬਿਨਾਂ ਕੇਵਲ ਸਰੀਰ ਦੀ ਜਿਹੜੀ ਬੋਲਣ ਦੀ ਕਿਰਿਆ ਹੈ ਉਸ ਨੂੰ ਰੋਕ ਕੇ ਤੇ ਮੋਨੀ ਵੀ ਬਣ ਗਿਆ। ਜਮ ਕੇ ਪਟੈ ਲਿਖਾਇਆ। ਪਰ ਅਖੀਰ ਤੇ ਜਮ ਕੇ ਪਟੈ ਲਿਖਾਇਆ। ਸਾਰੇ ਜਿਹੜੇ ਹਨ ਇਹ ਜਮਾਂ ਦੀ ਜਿਹੜੀ
ਡਾਇਰੀ ਹੈ ਨਾ, ਪਟਾ ਹੈ, ਉਹਦੇ ਉੱਤੇ ਲਿਖੇ ਗਏ, ਭਾਵ ਕਿ ਜਾਮੀ ਲੈ ਕੇ ਜਾਂਦੇ ਆ ਸਭ ਨੂੰ, ਉਹਨਾਂ ਦੇ ਪਟੇ ਦੇ ਵਿੱਚ ਚੜ੍ਹ ਗਏ ਅਤੇ ਉਹ ਸਾਰੇ ਜਮਾਂ ਦੇ ਵੱਸ ਜਾ ਕੇ ਪੈ ਗਏ ਹਨ। ਭਗਤ ਨਾਰਦੀ ਹਿਰਦੈ ਨ ਆਈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਨਾਰਦ ਜੀ ਦੀ ਭਗਤੀ ਸੀ ਨਾ, ਉਹ ਹਿਰਦੇ ਦੇ ਵਿੱਚ ਆਈ ਨਹੀਂ। ਜਿਹੜਾ ਨਾਰਦ ਮੁਨੀ ਹੋਇਆ ਉਸ ਨੇ ਪੰਚਰਾਤਰ ਗ੍ਰੰਥ ਲਿਖਿਆ, ਜਿਸ ਦੇ ਅੰਦਰ 11 ਤਰ੍ਹਾਂ ਦੀ ਭਗਤੀ ਦਾ ਜ਼ਿਕਰ ਕੀਤਾ ਕਿ ਇਸ ਨੇ ਭਗਤੀ ਦੀਆਂ ਵੱਖੋ ਵੱਖਰੀਆਂ ਕਿਸਮਾਂ ਦਸੀਆਂ। ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਸ਼੍ਰੋਮਣੀ ਭਗਤੀ ਹੈ ਪ੍ਰੇਮਾ ਭਗਤੀ, ਜਿਹਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰਮਾਤਮਾ ਦੇ ਨਾਲ ਪ੍ਰੇਮ ਕਰਕੇ ਉਹਦੀ ਪ੍ਰਾਪਤੀ ਜਿਹੜੀ ਹੈ ਉਹ ਸੌਖਾ ਸਾਧਨ ਹੈ ਕਿ ਪਰਮੇਸ਼ਰ ਦੇ ਨਾਲ ਪ੍ਰੇਮ ਰੱਖ ਕੇ ਉਹਦੇ ਪਿਆਰ ਦੇ ਵਿੱਚ ਉਹਦੀ ਯਾਦ ਕਰਦਿਆਂ ਉਹਦੀ ਭਗਤੀ ਕਰਨੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾਰਦ ਮੁਨੀ ਦੁਆਰਾ ਜਿਹੜੀ ਇਹ ਦੱਸੀ ਹੋਈ ਪ੍ਰੇਮਾ ਭਗਤੀ ਸੀ, ਇਹ ਕਿਸੇ ਦੇ ਵੀ ਹਿਰਦੇ ਦੇ ਵਿੱਚ ਪੈਦਾ ਨਹੀਂ ਹੋਈ। ਕਾਛ ਕੂਛ ਤਨ ਦੀਨਾ। ਤੇ ਕੇਵਲ ਜਿਹੜਾ ਸਰੀਰ ਸੀ, ਇਸ ਨੂੰ ਕਾਸ਼ ਕੂਸ਼ ਭਾਵ ਕਿ ਕਹੀਏ ਸਵਾਰ ਕੇ ਪਾਲਣਾ ਪੋਸ਼ਣ ਦੇ ਵਿੱਚ, ਸਰੀਰ ਦੀ ਹੀ ਸਾਂਭ ਸੰਭਾਲ ਦੇ ਵਿੱਚ ਜਿਹੜੀ ਜ਼ਿੰਦਗੀ ਸੀ ਉਹ ਲੰਘਾ ਦਿੱਤੀ। ਸਰੀਰ ਨੂੰ ਤਰ੍ਹਾਂ ਤਰ੍ਹਾਂ ਦੀਆਂ ਖੁਰਾਕਾਂ ਦੇ ਕੇ ਵੀ ਇਹਨੂੰ ਸਾਂਭਿਆ ਜਾਏ, ਇਹਦੀ ਸੰਭਾਲ ਕਰਨ ਦੇ ਵਿੱਚ ਹੀ ਅਤੇ ਇਹਨੂੰ ਰਜਾਉਣ ਦੇ ਸਵਾਰਨ ਦੇ ਵਿੱਚ ਹੀ ਜੀਵ ਨੇ ਉਮਰ ਲੰਘਾ ਦਿੱਤੀ। ਰਾਗ ਰਾਗਨੀ ਡਿੰਬ ਹੋਏ ਬੈਠਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਅੱਗੇ ਰਾਗਾਂ ਨੂੰ ਜਿਨ੍ਹਾਂ ਨੇ ਗਾਇਨ ਕੀਤਾ, ਰਾਗ ਸਿੱਖੇ, ਸੁਰ ਸਿੱਖੇ, ਸੰਗੀਤ ਸਿੱਖਿਆ, ਰਾਗ ਅਤੇ ਰਾਗਣੀਆਂ ਨੂੰ ਡਿੰਬ ਹੋਏ ਬੈਠਾ। ਉਹ ਵੀ ਇੱਕ ਆਪਣੀ ਕਲਾ ਦੁਆਰਾ ਕੇਵਲ ਪਖੰਡ ਦਾ ਰੂਪ ਲੈ ਕੇ ਅਤੇ ਉਹ ਬੈਠ ਗਿਆ। ਭਾਵ ਕਿ ਜਿਵੇਂ ਕਲਾਕਾਰ ਲੋਕ ਹੁੰਦੇ ਆ ਵੀ ਉਹ ਮਗਰ ਲਾ ਲੈਂਦੇ ਲੋਕਾਂ ਨੂੰ ਸੁਣਾ ਕੇ, ਇੱਦਾਂ ਕਹਿੰਦੇ ਉਹਨਾਂ ਸੁਰਾਂ ਦੁਆਰਾ, ਰਾਗਾਂ ਤਾਲਾਂ ਦੁਆਰਾ ਅਤੇ ਪਖੰਡ ਚਲਾ ਕੇ ਅਤੇ ਇਹ ਵੀ ਕਰਮ ਜਿਹੜਾ ਸੀ ਕਰ ਲਿਆ। ਹੁਣ ਹਰਿ ਪਹਿ ਕਿਆ ਲੀਨਾ। ਅਤੇ ਭਗਤ ਜੀ ਕਹਿੰਦੇ ਉਹਨਾਂ ਨੇ ਵੀ ਹਰੀ ਪਰਮੇਸ਼ਰ ਦੀ ਭਗਤੀ ਜਿਹੜੀ ਹੈ ਉਹਦੇ 'ਚੋਂ ਕੀ ਲੈਣਾ ਹੈ। ਉਹਨਾਂ ਨੇ ਵੀ ਪਰਮਾਤਮਾ ਦਾ ਨਾਮ ਚਿੰਤਨ, ਪਰਮੇਸ਼ਰ ਦੀ ਭਗਤੀ ਜਿਹੜੀ ਹੈ ਇਹਦੇ 'ਚ ਵੀ ਉਹਨਾਂ ਨੇ ਕੁਝ ਪ੍ਰਾਪਤੀ ਨਹੀਂ ਕੀਤੀ। ਜਿਵੇਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਬਚਨ ਆਉਂਦੇ ਹਨ ਕਿ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਕਿ ਕੋਈ ਰਾਗਾਂ ਨੂੰ ਗਾਈ ਜਾਏ, ਤਰਾਨਿਆਂ ਨੂੰ ਗਾਈ ਜਾਏ, ਸੰਗੀਤ ਨੂੰ ਗਾਈ ਜਾਏ, ਪਰ ਜਿਹੜੀ ਅਸਲ ਗੱਲ ਹੈ ਉਹ ਅੰਦਰ ਵਸਾਵੇ ਹੀ ਨਾ, ਉਹ ਅੰਦਰ ਧਾਰਨ ਹੀ ਨਾ ਕਰੇ, ਅਤੇ ਕਹਿੰਦੇ ਉਹ ਪਰਮੇਸ਼ਰ ਦੀ ਪ੍ਰਸੰਨਤਾ, ਉਹਦੀ ਖੁਸ਼ੀ ਨਹੀਂ ਪ੍ਰਾਪਤ ਹੁੰਦੀ। ਲੋਕ ਜ਼ਰੂਰ ਖੁਸ਼ ਹੋ ਜਾਂਦੇ ਆ ਵੀ ਰਾਗ ਬਹੁਤ ਗਾਉਂਦਾ, ਸੰਗੀਤ ਬੜਾ ਜਾਣਦਾ, ਪਰ ਉਹ ਪਰਮੇਸ਼ਰ ਦੀ ਜਿਹੜੀ ਪ੍ਰਸੰਨਤਾ ਉਹ ਤਾਂ ਭਗਤੀ ਦੁਆਰਾ ਹੀ ਹੁੰਦੀ ਹੈ। ਕਿਉਂਕਿ ਇਹ ਤਾਂ ਗੁਣ ਹਨ, ਸਿੱਖ ਲਏ, ਕਲਾ ਸਿੱਖ ਲਈ, ਸੁਰ ਸਿੱਖ ਲਏ, ਇਹ ਕੋਈ ਸਿੱਖ ਸਕਦਾ, ਪਰ ਪਰਮੇਸ਼ਰ ਦੀ ਪ੍ਰਸੰਨਤਾ ਲੈਣ ਵਾਸਤੇ ਤਾਂ ਗੁਣਾਂ ਦੀ ਲੋੜ ਹੈ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਬਚਨ ਕਰਦੀ ਹੈ, ਭਗਤੀ ਤੋਖਿਤ ਦੀਨ ਕਿਰਪਾਲਾ, ਗੁਣ ਹੈ ਨਾ ਕਿਤੇ ਹੀ ਪਿੱਗਾ। ਕਿ ਉਹ ਪਰਮੇਸ਼ਰ ਪ੍ਰਸੰਨ ਉਹਦੇ 'ਤੇ ਹੁੰਦਾ ਜਿਹਦੇ ਕੋਲ ਭਗਤੀ ਹੈ, ਜਿਹਦੇ ਕੋਲ ਪਰਮੇਸ਼ਰ ਦੀ ਇਬਾਦਤ ਹੈ, ਬੰਦਗੀ ਹੈ, ਉਹਦੇ 'ਤੇ ਉਹ ਪ੍ਰਸੰਨ ਹੋ ਜਾਂਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਦਾਂ ਉਨ ਹਰਿ ਪੈ ਕਿਆ ਲੀਨਾ। ਉਹਨਾਂ ਨੇ ਵੀ ਹਰੀ ਪਰਮੇਸ਼ਰ ਦੇ ਨਾਮ ਨੂੰ ਕੀ ਲੈਣਾ, ਨਹੀਂ ਲਿਆ। ਪਰਿਓ ਕਾਲ ਸਭੈ ਜਗ ਉਪਰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਕਾਲ ਹੈ, ਮੌਤ ਹੈ ਨਾ, ਸਭ ਦੇ ਸਿਰ ਦੇ ਉੱਤੇ, ਸਾਰੇ ਜਗਤ ਦੇ ਉੱਤੇ ਇਹ ਜਿਹੜੀ ਮੌਤ ਹੈ ਇਹ ਪਈ ਹੋਈ ਹੈ। ਮਾਹੇ ਲਿਖੇ ਭ੍ਰਮ ਗਿਆਨੀ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਮੌਤ ਦੇ ਵਿੱਚ ਹੀ ਜਿਹੜੇ ਕੋਈ ਭਰਮ ਗਿਆਨੀ ਉਹ ਵੀ ਲਿਖੇ ਗਏ, ਕਿ ਜਿਹੜੇ ਆਪ ਵੀ ਭਰਮ ਦੇ ਵਿੱਚ ਹੈ, ਕਿ ਕੇਵਲ ਜਿਹੜੀ ਰਸਨਾ ਹੈ ਉਹਦੇ ਤੋਂ ਗਿਆਨ ਦੀਆਂ ਗੱਲਾਂ ਹਨ, ਪਰ ਅੰਦਰ ਜਿਹੜਾ ਭਰਮ ਆ ਦੂਰ ਨਹੀਂ ਹੋਇਆ, ਉਸ ਨੂੰ ਭਰਮ ਗਿਆਨੀ ਸਤਿਗੁਰਾਂ ਨੇ ਦੱਸਿਆ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਰੇ ਜਗਤ ਦੇ ਉੱਪਰ ਇਹ ਜਿਹੜੀ ਮੌਤ ਹੈ, ਕਾਲ ਹੈ, ਇਹ ਲਿਖਿਆ ਹੋਇਆ। ਇਸੇ ਦੇ ਵਿੱਚ ਹੀ ਜਿਹੜੇ ਕੋਈ ਭਰਮਾਂ ਦੇ ਵਿੱਚ ਪਏ ਹੋਏ ਗਿਆਨ ਨੂੰ ਕਥਨ ਕਰਨ ਵਾਲੇ ਉਹ ਵੀ ਲਿਖੇ ਗਏ। ਕਹੋ ਕਬੀਰ ਜਨ ਭਏ ਖਾਲਸੇ। ਭਗਤ ਕਬੀਰ ਸਾਹਿਬ ਜੀ ਸ਼ਬਦ ਦੀ ਸੰਪੂਰਨਤਾ ਤੇ ਬਚਨ ਕਰਦੇ ਆ ਕਿ ਫਿਰ ਸੰਸਾਰ ਦੇ ਵਿੱਚ ਸਫਲਾ ਕੌਣ ਹੋ ਗਿਆ। ਕਹੋ ਕਬੀਰ ਜਨ ਭਏ ਖਾਲਸੇ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ। ਖਾਲਸੇ ਦਾ ਭਾਵ ਹੈ ਸ਼ੁੱਧ, ਪਵਿੱਤਰ, ਅਰਬੀ ਭਾਸ਼ਾ ਦਾ ਸ਼ਬਦ। ਇਸ ਨੂੰ ਪੁਰਾਣੇ ਸਮਿਆਂ ਦੇ ਅੰਦਰ ਜਿਵੇਂ ਜ਼ਮੀਨਾਂ ਹੁੰਦੀਆਂ ਅਤੇ ਜਦੋਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੁੰਦੀਆਂ ਅਤੇ ਜਿਹੜੀ ਜ਼ਮੀਨ ਦੇ ਉੱਤੇ ਕੋਈ ਟੈਕਸ ਨਾ ਲੱਗਿਆ ਹੋਵੇ, ਜਿਹੜੀ ਜ਼ਮੀਨ ਦਾ ਸੰਬੰਧ ਸਿੱਧਾ ਕੇਂਦਰ ਦੇ ਨਾਲ, ਸੈਂਟਰ ਗੌਰਮੈਂਟ ਦੇ ਨਾਲ ਹੋਵੇ, ਉਸ ਨੂੰ ਖਾਲਸ ਆਖਿਆ ਜਾਂਦਾ ਵੀ ਇਹਦੇ 'ਤੇ ਕੋਈ ਟੈਕਸ ਨਹੀਂ, ਇਹਦਾ ਸੰਬੰਧ ਸਿੱਧਾ ਸਰਕਾਰ ਨਾਲ ਹੈ। ਇਸੇ ਤਰ੍ਹਾਂ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਅਤੇ ਸ਼ਬਦ ਰੱਖਿਆ ਖਾਲਸਾ। ਵੀ ਇਹ ਖਾਲਸਾ ਜਿਹੜਾ ਇਹਦਾ ਸਿੱਧਾ ਸੰਬੰਧ ਅਕਾਲ ਪੁਰਖ ਪਰਮੇਸ਼ਰ ਨਾਲ ਹੀ ਹੈ, ਹੋਰ ਨਹੀਂ ਇਹ ਕਿਸੇ ਨੂੰ ਮੰਨਦਾ ਪੂਜਦਾ, ਚਾਹੇ ਕੋਈ ਹੋਵੇ। ਇਹ ਕੇਵਲ ਅਤੇ ਕੇਵਲ ਅਕਾਲ ਦਾ ਪੁਜਾਰੀ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਅਸਲੀ ਖਾਲਸੇ ਸ਼ੁੱਧ ਪਵਿੱਤਰ ਹਨ। ਪ੍ਰੇਮ ਭਗਤ ਜਿਹ ਜਾਨੀ। ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ ਕਿ ਪ੍ਰੇਮਾ ਭਗਤੀ ਦੁਆਰਾ ਉਹ ਪਰਮੇਸ਼ਰ ਦੀ ਪ੍ਰਾਪਤੀ ਹੈ, ਕਿ ਪ੍ਰੇਮ ਭਗਤੀ ਕਰਕੇ ਅਤੇ ਉਹ ਪ੍ਰਮਾਤਮਾ ਦੀ, ਪਰਮੇਸ਼ਰ ਦੀ ਪ੍ਰਾਪਤੀ ਜਿਨ੍ਹਾਂ ਨੇ ਕਰ ਲਈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਅਸਲੀ ਖਾਲਸੇ ਸ਼ੁੱਧ ਅਤੇ ਪਵਿੱਤਰ ਹਨ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਕਹੋ ਕਬੀਰ ਜਨ ਭਏ ਖਾਲਸੇ। ਉਹ ਮਨ ਕਰਕੇ ਵੀ ਖਾਲਸ ਸ਼ੁੱਧ ਹੋ ਗਏ, ਪਵਿੱਤਰ ਹੋ ਗਏ। ਪ੍ਰੇਮ ਭਗਤ ਜਿਹ ਜਾਨੀ, ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ। ਪ੍ਰੇਮ ਕੀ ਹੈ? ਪ੍ਰੇਮ ਪ੍ਰੇਮ ਸਭ ਕੋ ਕਹੈ, ਪ੍ਰੇਮ ਨਾ ਜਾਣੈ ਕੋਇ। ਕਿ ਜਿਹੜਾ ਪ੍ਰੇਮ ਸ਼ਬਦ ਹੈ, ਜਦੋਂ ਆਪਾਂ ਇਸ ਨੂੰ ਪੜ੍ਹਦੇ ਹਾਂ, ਇਹਦੇ ਵਿੱਚ ਦੋ ਅੱਖਰ ਆਉਂਦੇ ਆ, ਇੱਕ ਪ੍ਰੇ ਅਤੇ ਮੈਂ। ਪ੍ਰੇ ਦਾ ਅਰਥ ਕਰਦੇ ਆ ਕਿ ਪ੍ਰੇ ਤੋਂ ਪਰੇ ਹੋ ਜਾਣਾ। ਪਰੇ ਕਿਸ ਤੋਂ ਹੋਣਾ? ਮੈਂ ਤੋਂ, ਹੰਕਾਰ ਤੋਂ, ਮਮਤਾ ਤੋਂ। ਜਿਹੜਾ ਭਗਤੀ ਕਰਦਿਆਂ ਹੋਇਆਂ, ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆਂ, ਜਿਹੜਾ ਮੈਂ ਅਤੇ ਮੇਰੀ ਤੋਂ ਪਰੇ ਹੋ ਜਾਂਦਾ, ਉਹ ਅਸਲੀ ਪ੍ਰੇਮੀ ਹੈ। ਜਿਹਦੇ ਅੰਦਰ ਮੈਂ ਨਹੀਂ ਫੁਰਦੀ, ਹੰਕਾਰ ਨਹੀਂ ਪੈਦਾ ਹੁੰਦਾ, ਜਿਹੜਾ ਹੰਗਤਾ ਅਤੇ ਮਮਤਾ ਤੋਂ ਰਹਿਤ ਹੋ ਗਿਆ, ਉਹ ਅਸਲੀ ਪ੍ਰੇਮੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਇੱਦਾਂ ਭਗਤੀ ਕੀਤੀ ਹੈ ਨਾ, ਉਹ ਅਸਲੀ ਖਾਲਸੇ ਸ਼ੁੱਧ ਅਤੇ ਪਵਿੱਤਰ ਬਣ ਜਾਂਦੇ। ਕਿਉਂਕਿ ਪ੍ਰੇਮਾ ਭਗਤੀ ਦੇ ਉੱਤੇ ਸਤਿਗੁਰਾਂ ਨੇ ਸਾਰੀ ਸਿੱਖਿਆ ਬਖਸ਼ਿਸ਼ ਕੀਤੀ ਹੈ। ਅਤੇ ਪ੍ਰੇਮਾ ਭਗਤੀ ਪੈਦਾ ਕਿੱਥੋਂ ਹੁੰਦੀ ਹੈ? ਸਤਿਗੁਰਾਂ ਦੀ ਪਾਵਨ ਬਾਣੀ ਦਾ ਬਚਨ ਹੈ, ਸਾਧ ਸੰਗਤ ਬਿਨ ਭਾਉ ਨਹੀਂ ਊਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਿ ਸਾਧ ਸੰਗਤ ਜਦੋਂ ਜੀਵ ਕਰਦਾ, ਅਤੇ ਸਾਧ ਸੰਗਤ ਕਰਦਿਆਂ ਹੋਇਆਂ ਇਹਦੇ ਮਨ ਦੇ ਵਿੱਚ ਪਰਮੇਸ਼ਰ ਦੇ ਪ੍ਰਤੀ ਪ੍ਰੇਮ ਪੈਦਾ ਹੁੰਦਾ। ਕਿਉਂਕਿ ਜਿਹੜੀ ਚੀਜ਼ ਦੇ ਬਾਰੇ ਆਪਾਂ ਸੁਣੀਏ ਜ਼ਿਆਦਾ, ਪੜ੍ਹੀਏ ਜ਼ਿਆਦਾ, ਵਿਚਾਰ ਜ਼ਿਆਦਾ ਕਰੀਏ, ਫਿਰ ਉਹਦੇ ਨਾਲ ਲਗਾਵ, ਪ੍ਰੇਮ ਪੈਦਾ ਹੋ ਜਾਂਦਾ, ਫਿਰ ਉਹਨੂੰ ਯਾਦ ਕਰਦਾ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਆ ਕਿ ਵੱਧ ਤੋਂ ਵੱਧ ਬਾਣੀ ਪੜ੍ਹੋ, ਬਾਣੀ ਦੇ ਪਾਠ ਵੱਧ ਤੋਂ ਵੱਧ ਕਰੋ, ਜਪਜੀ ਸਾਹਿਬ ਦੇ ਪਾਠ ਕਰੋ, ਮੂਲ ਮੰਤਰ ਦਾ ਅਭਿਆਸ ਕਰੋ, ਵੀ ਇਹਦੇ ਨਾਲ ਅੰਦਰ ਜਿਹੜਾ ਪ੍ਰੇਮ ਹੈ ਨਾ, ਉਹ ਪਰਮੇਸ਼ਰ ਦੇ ਪ੍ਰਤੀ ਪੈਦਾ ਹੋ ਜਾਏ। ਅਤੇ ਫਿਰ ਜੀਵ ਨੂੰ ਜਿਹੜੀ ਅਸਲੀ ਭਗਤੀ ਹੈ ਨਾ, ਉਹਦੀ ਪ੍ਰਾਪਤੀ ਹੁੰਦੀ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਇੱਦਾਂ ਪ੍ਰੇਮਾ ਭਗਤੀ ਕੀਤੀ ਹੈ, ਉਹ ਅਸਲੀ ਖਾਲਸੇ ਸ਼ੁੱਧ ਅਤੇ ਪਵਿੱਤਰ ਬਣ ਜਾਂਦੇ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਵੇਂ ਖਾਲਸੇ ਦੇ ਲੱਛਣ ਦੱਸੇ ਹੈ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮੰਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਤਬ ਖਾਲਸ ਤਾਹੇ ਨਿਖਾਲਸ ਜਾਣੈ, ਪੂਰਨ ਜੋਤ ਜਗੈ ਘਟ ਮੈਂ। ਕਿ ਜਿਹੜਾ ਇਹਨਾਂ ਕਰਮਾਂ ਦਾ ਤਿਆਗ ਕਰਦਾ ਹੈ, ਜਿਹਦੇ ਹਿਰਦੇ ਦੇ ਅੰਦਰ ਪਰਮੇਸ਼ਰ ਦੀ ਪਰਮ ਜੋਤੀ ਜਿਹੜੀ ਪ੍ਰਗਟ ਹੋ ਗਈ ਹੈ, ਉਹ ਖਾਲਸਾ ਹੈ।
ਇਸ ਪ੍ਰਕਾਰ ਸਤਿਗੁਰਾਂ ਨੇ ਇਹ ਮਹਾਨ ਕਿਰਪਾ ਖਾਲਸੇ ਪੰਥ ਨੂੰ ਸਾਜ ਕੇ ਕੀਤੀ ਹੈ ਕਿ ਜਿਹੜਾ ਕੇਵਲ ਤੇ ਕੇਵਲ ਅਕਾਲ ਪੁਰਖ ਦੀ ਪੂਜਾ ਕਰਦਾ, ਹੋਰ ਨਹੀਂ ਕਿਸੇ ਦੀ ਕਰਦਾ, ਉਹ ਖਾਲਸਾ ਹੈ। ਭਗਤ ਕਬੀਰ ਸਾਹਿਬ ਜੀ ਨੇ ਵੀ ਇਹ ਬਚਨ ਉਚਾਰਨ ਕੀਤੇ ਹੈ ਕਿ ਉਹੀ ਖਾਲਸਾ ਹੈ ਜਿਸ ਨੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਕੀਤੀ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜਿਸ ਨੂੰ ਆਪਾਂ ਰਲ ਮਿਲ ਕੇ ਪੜ੍ਹਿਆ ਸੁਣਿਆ ਵਿਚਾਰਿਆ ਹੈ। ਆਓ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਪਰਿਓ ਕਾਲ ਸਭ ਜਗ ਉਪਰ ਮਾਹੇ ਲਿਖੇ ਭ੍ਰਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।